ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਜਕਾਰਾ ਦੂਦਾ ਧਾਰੀ ਬਾਬਾ ਜੀ ਦਾ। ਇਹ ਉਸ ਵੇਲੇ ਦੀ ਗੱਲ ਆ ਜਦੋਂ ਸਾਨੂੰ ਸਲੇਰਨ ਧਾਮ ਬਾਬਾ ਜੀ ਦਿੱਤਾ ਅਤੇ ਬਾਬਾ ਜੀ ਨੇ ਕਿਹਾ ਕਿ ਦੁਨੀਆ ਵਿੱਚ ਪ੍ਰਸਿੱਧ ਹੋਊਗਾ, ਇੱਥੇ ਲੋਕਾਂ ਨੂੰ ਮਿੱਠੀਆਂ ਮੁਰਾਦਾਂ ਮਿਲਣਗੀਆਂ, ਝੰਡੇ ਚੜ੍ਹਨਗੇ, ਕੁੱਦ ਨੂੰ ਚੜ੍ਹਨਗੇ, ਜੋ ਵੀ ਕੋਈ ਪ੍ਰਾਣੀ ਚੱਲ ਕੇ ਆਊਗਾ ਉਹਦੀ ਮਨੋਕਾਮਨਾ ਪੂਰੀ ਹੋਊਗੀ। ਅਤੇ ਅਸੀਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਸਾਨੂੰ ਤਾਂ ਕੁਛ ਆਉਂਦਾ ਜਾਂਦਾ ਨਹੀਂ। ਅਤੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਜੋ ਵੀ ਮੂੰਹੋਂ ਬੋਲ ਦਓਗੇ ਉਹ ਪੂਰਾ ਹੋਊਗਾ। ਜੇ ਤੁਹਾਨੂੰ ਬਿਲਡਿੰਗ ਬਣਾਉਣ ਵਿੱਚ ਕਿਸੇ ਚੀਜ਼ ਦੀ ਲੋੜ ਆ ਜਾਂ ਲੰਗਰ ਵਿੱਚ ਲੋੜ ਆ, ਕਿਉਂਕਿ ਬਾਬਾ ਜੀ ਨੇ ਕਿਹਾ ਸੀ ਕਿ ਲੰਗਰ ਇੱਥੇ 24 ਘੰਟੇ ਚੱਲੂਗਾ, ਜੋ ਵੀ ਤੁਹਾਨੂੰ ਲੰਗਰ ਵਿੱਚ ਚੀਜ਼ਾਂ ਦੀ ਲੋੜ ਆ ਤੁਸੀਂ ਉਹ ਬੋਲ ਦੇਣਾ ਕਿ ਸਾਨੂੰ ਆਹ ਭੇਜ ਦਿਓ, ਅਤੇ ਜੋ ਵੀ ਚੜਾਊਗਾ ਉਹੀ ਦਾਨ ਪੁੰਨ ਗਿਣਿਆ ਜਾਊਗਾ, ਉਹੀ ਉਪਾਅ ਹੋ ਜਾਊਗਾ। ਅਤੇ ਇਸ ਕਰਕੇ ਸਾਨੂੰ ਕੁਛ ਨਹੀਂ ਆਉਂਦਾ ਜਾਂਦਾ, ਜੋ ਵੀ ਕਰਾਉਂਦੇ ਬਾਬਾ ਹੀ ਕਰਾਉਂਦੇ। ਇੱਦਾਂ ਹੀ ਇੱਕ ਬੱਚਾ ਇੰਗਲੈਂਡ ਵਿੱਚ ਸੀਗਾ ਅਤੇ ਉਹਦੇ ਪੱਥਰੀ ਦੀ ਦਰਦ ਹੋਣ ਲੱਗ ਪਈ। ਉਹ ਬਾਬਾ ਜੀ ਦਾ ਬਹੁਤ ਭਗਤ, ਉਹ ਪਰਿਵਾਰ ਜਨਮ ਤੋਂ ਹੀ ਬਾਬਾ ਜੀ ਨੂੰ ਮੰਨਦਾ ਸੀ। ਅਤੇ ਉਸ ਦੇ ਜਦੋਂ ਵੀ ਦਰਦ ਹੋਣੀ ਤਾਂ ਉਹਨੇ ਬਾਬਾ ਜੀ ਦੀ ਭਗਤੀ ਕਰਨੀ। ਜਦੋਂ ਵੀ ਕੋਈ ਹੱਲ ਨਿਕਲਦਾ, ਜਦੋਂ ਤੁਸੀਂ ਪਾਠ ਪੂਜਾ ਕਰਦੇ ਆ, ਭਗਤੀ ਕਰਦੇ ਆ ਜਾਂ ਕੋਈ ਦਾਨ ਪੁੰਨ ਕਰਦੇ ਆ, ਫਿਰ ਕੋਈ ਰਸਤਾ ਨਿਕਲ ਆਉਂਦਾ, ਚੰਗਾ ਡਾਕਟਰ ਮਿਲ ਜਾਂਦਾ, ਚੰਗਾ ਕੋਈ ਸੰਤ ਸਾਧੂ ਮਿਲਦਾ, ਨਹੀਂ ਤਾਂ ਬੰਦਾ ਛਿਲਿਆਂ ਵਾਲੇ ਕੋਲ ਚਲੇ ਜਾਂਦਾ ਜਾਂ ਕਿਸੇ ਗਲਤ ਬੰਦਿਆਂ ਕੋਲ ਫਸ ਜਾਂਦਾ ਅਤੇ ਉਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਕਿਸੇ ਵੇਲੇ ਕੋਈ ਆਪਰੇਸ਼ਨ ਹੀ ਇੱਦਾਂ ਕਰਵਾ ਲੈਂਦਾ, ਉਹ ਸਹੀ ਨਹੀਂ ਬਹਿੰਦਾ ਅਤੇ ਬੰਦੇ ਦੀ ਮੌਤ ਹੀ ਹੋ ਜਾਂਦੀ ਹੈ। ਉਹ ਚਾਹੁੰਦਾ ਤਾਂ ਚੰਗਾ ਹੀ ਹੁੰਦਾ ਕਿ ਮੈਨੂੰ ਚੰਗਾ ਮਿਲ ਜਾਵੇ, ਪਰ ਚੰਗਾ ਹੋਣਾ ਕਦੋਂ ਆ? ਜਦੋਂ ਤੁਹਾਡੀ ਪਿਛਲੇ ਜਨਮਾਂ ਦੀ ਭਗਤੀ ਹੋਵੇ ਜਾਂ ਇਸ ਜਨਮ ਵਿੱਚ ਭਗਤੀ ਕੀਤੀ ਹੋਈ ਹੋਵੇ। ਅਤੇ ਉਸ ਲੜਕੇ ਨੇ ਬਾਬਾ ਜੀ ਦੀ ਰੋਜ਼ ਭਗਤੀ ਕਰਨੀ, ਜੋਤ ਜਗਾਉਣੀ, ਫੁੱਲ ਰੱਖਣੇ ਕਿ ਇਹ ਬਾਬਾ ਜੀ ਜੋ ਵੀ ਮੇਰੇ ਕਿਡਨੀ ਵਿੱਚ ਦਰਦ ਵਾ ਉਹ ਠੀਕ ਹੋ ਜਾਵੇ। ਅਤੇ ਉਸਨੇ ਜਦੋਂ ਇੰਗਲੈਂਡ ਵਿੱਚ ਸਕੈਨਿੰਗ ਕਰਾਈ ਤਾਂ ਉਹਦੇ ਪੱਥਰੀ ਆਈ 15 mm ਦੀ, ਅਤੇ ਹੁਣ ਪੱਥਰੀ ਬਹੁਤ ਵੱਡੀ ਆ। ਉੱਥੇ ਦੇ ਡਾਕਟਰਾਂ ਨੇ ਕਿਹਾ ਕਿ ਆਪਰੇਸ਼ਨ ਕੀਤਾ ਜਾਊਗਾ, ਪਰ ਉਦੋਂ ਚੇਤ ਦਾ ਮਹੀਨਾ ਆਉਣ ਵਾਲਾ ਸੀ। ਉਹ ਹਰ ਸਾਲ ਬਾਬਾ ਜੀ ਦੇ ਚੇਤ ਮਹੀਨੇ ਇੰਡੀਆ ਆਉਂਦੇ ਸੀ। ਉਹ ਪਰਿਵਾਰ ਜਦੋਂ ਇੰਡੀਆ ਆਇਆ, ਉਹਨਾਂ ਨੇ ਇੰਗਲੈਂਡ 'ਚ ਵੀ ਸਕੈਨਿੰਗਾਂ ਕਰਾਈਆਂ, ਅਤੇ ਜਦੋਂ ਇੰਡੀਆ ਆਏ ਉਹ ਪਹਿਲੇ ਹੀ ਐਤਵਾਰ ਸਲੇਰਨ ਧਾਮ ਆ ਗਏ। ਅਤੇ ਪਰ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਹੋਈ, ਕਿਉਂਕਿ ਅਸੀਂ ਵੀ ਉਸ ਟਾਈਮ ਯਾਤਰਾ 'ਤੇ ਗਏ ਹੋਏ ਸੀ। ਜਦੋਂ ਅਸੀਂ ਯਾਤਰਾ ਤੋਂ ਆਏ ਅਤੇ ਸਾਨੂੰ ਬੱਚਿਆਂ ਨੇ ਦੱਸਿਆ ਕਿ ਇੱਦਾਂ ਕਰਕੇ ਇੰਗਲੈਂਡ ਤੋਂ ਇੱਕ ਲੜਕਾ ਆਇਆ ਹੋਇਆ, ਉਹਦੇ ਪੱਥਰੀ ਦੀ ਦਰਦ ਬਹੁਤ ਆ ਅਤੇ ਪੱਥਰੀ ਵੀ ਕਾਫੀ ਵੱਡੀ ਆ, ਅਤੇ ਇੱਦਾਂ ਗੱਲਾਂ ਹੋ ਰਹੀਆਂ ਸੀ ਮੰਦਰ ਵਿੱਚ। ਅਤੇ ਅਗਲੇ ਐਤਵਾਰ ਸਾਡੇ ਨਾਲ ਮੁਲਾਕਾਤ ਹੋਈ। ਉਸ ਐਤਵਾਰ ਦੇ ਦੌਰਾਨ ਹਫ਼ਤਾ ਕੁ ਹੁਣ ਪੈ ਗਿਆ, ਉਸ ਬੱਚੇ ਨੇ ਇੰਡੀਆ ਵਿੱਚ ਵੀ ਆ ਕੇ ਸਕੈਨਿੰਗ ਕਰਾਈ, ਅਤੇ ਉਸ ਦਾ ਇੱਕ ਹੋਰ ਵੀ ਦੋਸਤ ਸੀ, ਜਦੋਂ ਇਕੱਠੇ ਪੜ੍ਹਦੇ ਸੀ, ਪਰ ਉਹ ਬਾਬਾ ਜੀ ਨੂੰ ਨਹੀਂ ਸੀ ਮੰਨਦੇ। ਦੂਸਰਾ ਦੋਸਤ ਜਦੋਂ ਸਕੈਨਿੰਗ ਕਰਾਉਣ ਗਿਆ, ਉਸਨੇ ਵੀ ਕਿਹਾ ਕਿ ਮੇਰੇ ਵੀ ਦਰਦ ਹੁੰਦੀ ਰਹਿੰਦੀ ਹਲਕੀ ਹਲਕੀ। ਉਹ ਬੱਚਾ ਹੁਣ ਇੰਗਲੈਂਡ ਤੋਂ ਆਇਆ ਹੋਇਆ ਸੀ। ਉਸਨੇ ਸੋਚਿਆ ਕਿ ਮੇਰਾ ਦੋਸਤ ਵਾ, ਛੋਟੇ ਛੋਟੇ ਹੁੰਦੇ ਪੜ੍ਹੇ ਆ, ਦੋਸਤੀ ਵਿੱਚ ਨਾ ਤਾਂ ਬੰਦਾ ਜਾਤ ਪਾਤ ਦੇਖਦਾ ਨਾ ਉਮਰ ਦੇਖਦਾ। ਇੰਗਲੈਂਡ ਵਾਲੇ ਬੱਚੇ ਨੇ ਕਿਹਾ ਕਿ ਚੱਲ ਮੈਂ ਵੀ ਸਕੈਨਿੰਗ ਕਰਾਉਣੀ ਆ, ਤੂੰ ਵੀ ਕਰਵਾ ਲਾ। ਜਦੋਂ ਉਹਨੇ ਸਕੈਨਿੰਗ ਕਰਾਈ, ਇੰਡੀਆ ਵਾਲੇ ਦੀ ਜਿਹੜੀ ਪੱਥਰੀ ਸੀ ਉਹ 13 mm ਦੀ ਸੀ, ਉਹਦੀ ਛੋਟੀ ਪੱਥਰੀ ਸੀ, ਤਾਂ ਇੰਗਲੈਂਡ ਵਾਲੇ ਦੀ ਸੀ 15 mm ਦੀ। ਸਮਾਂ ਪਿਆ ਅਤੇ ਐਤਵਾਰ ਵਾਲੇ ਦਿਨ ਉਹ ਸਲੇਰਨ ਧਾਮ ਆ ਗਏ। ਉਸ ਦਿਨ ਸਾਡੇ ਨਾਲ ਮੁਲਾਕਾਤ ਹੋਈ ਅਤੇ ਲਾਈਨਾਂ ਲੱਗੀਆਂ ਹੋਈਆਂ, ਬਹੁਤ ਰੌਣਕ ਵਾ, ਰਸ਼ ਬਹੁਤ ਸੀਗਾ, ਜੇਠਾ ਐਤਵਾਰ ਸੀ। ਅਤੇ ਬਾਬਾ ਜੀ ਨੇ ਜਦੋਂ ਉਹਨਾਂ ਦੀ ਵਾਰੀ ਆਈ ਅਤੇ ਉਸ ਬੱਚੇ ਨੇ ਸਕੈਨਿੰਗ ਦਿਖਾਈ, ਕਹਾ ਮੇਰੀ ਸਕੈਨਿੰਗ ਦੇਖ ਲਓ ਜੀ ਕਿ ਜਿਹੜੀ ਮੇਰੀ ਪੱਥਰੀ ਆ 15 mm ਦੀ ਆ, ਅਤੇ ਆਹ ਮੇਰਾ ਦੋਸਤ ਵਾ ਕਿ ਇਹਦੀ 13 mm ਦੀ ਆ, ਕਿ ਸਾਨੂੰ ਕਿਸੇ ਨੇ ਸਲੇਰਨ ਧਾਮ ਬਾਰੇ ਦੱਸਿਆ ਸੀ ਤਾਂ ਅਸੀਂ ਆਏ ਹਾਂ। ਅਤੇ ਬਾਬਾ ਜੀ ਨੇ ਸਾਡੇ ਕੋਲ ਕਿਹਾ ਕਿ ਜਿਹੜੀ ਪੱਥਰੀ ਹੁੰਦੀ ਆ ਉਹ ਬਜਰੀ ਵਰਗੀ ਹੁੰਦੀ ਆ, ਅਤੇ ਉਹ ਬੱਚੇ ਨੇ ਕਿਹਾ ਹਾਂਜੀ ਬਜਰੀ ਵਰਗੀ ਹੁੰਦੀ ਆ। ਅਤੇ ਬਾਬਾ ਜੀ ਨੇ ਸਾਡੇ ਕੋਲ ਕਿਹਾ, ਉਦੋਂ ਲੰਗਰ ਹਾਲ ਬਣਦਾ ਸੀ ਪਹਿਲਾ ਵਾਲਾ, ਛੋਟੇ ਵਾਲਾ ਜਿਹੜਾ, ਬਹੁਤ ਪੁਰਾਣੀ ਗੱਲ ਆ, ਅਤੇ ਸ਼ਟਰਿੰਗ ਹੋਈ ਸੀ। ਅਤੇ ਸਾਡੇ ਮੂੰਹੋਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਬਜਰੀ ਚੜਾਓ ਅਤੇ ਆਵੇ ਬਜਰੀ ਇਹ ਨਿਕਲ ਜੂਗੀ, ਤੁਹਾਡੇ ਸਰੀਰ ਵਿੱਚੋਂ ਵੀ ਨਿਕਲ ਜੂਗੀ। ਉਸ ਬੱਚੇ ਨੇ ਹੁਕਮ ਮੰਨਿਆ ਅਤੇ ਆਪਣੇ ਦੂਸਰੇ ਦਿਨ ਹੀ ਉਹਨਾਂ ਨੇ 200 ਫੁੱਟ ਦੀ
ਇੱਕ ਛੋਟੀ ਛੋਟੀ ਜਿਹੀ ਗੱਡੀ ਹੁੰਦੀ ਆ, ਛੋਟਾ ਜਿਹਾ ਟਰੱਕ ਹੁੰਦਾ, ਉਹਦੇ ਵਿੱਚ 200 ਫੁੱਟ ਹੀ ਬਜਰੀ ਆਉਂਦੀ ਆ। ਉਹਨਾਂ ਨੇ ਦੂਸਰੇ ਦਿਨ ਹੀ ਬਜਰੀ 200 ਫੁੱਟ ਭੇਜ ਦਿੱਤੀ। ਅਤੇ ਜਿਹੜਾ ਉਹਦੇ ਨਾਲ ਲੜਕਾ ਇੱਕ ਹੋਰ ਆਇਆ ਹੋਇਆ ਸੀ, ਉਹਨੇ ਸੋਚਿਆ ਕਿ ਐਵੇਂ ਗੱਲਾਂ ਹੀ ਆ ਕਿ ਮੈਂ ਕੋਈ ਬਜਰੀ ਨਹੀਂ ਚੜਾਉਣੀ। ਅਤੇ ਸਮਾਂ ਪਿਆ। ਉਸੇ ਹੀ ਰਾਤ ਨੂੰ ਜਦੋਂ ਅਪਾ ਦਿੱਤਾ, ਇਹ ਪਹਿਲੀ ਵਾਰੀ ਅਪਾ ਦਿੱਤਾ ਗਿਆ ਸੀ, ਤਾਂ ਉਸ ਰਾਤ ਨੂੰ ਬਾਬਾ ਜੀ ਨੇ ਸਾਨੂੰ ਸੁਪਨੇ ਵਿੱਚ ਆ ਕੇ ਕਿਹਾ ਕਿ ਤੁਸੀਂ ਆਹ ਕੁਛ ਚੀਜ਼ਾਂ ਦੀ ਦਵਾਈ ਬਣਾਓ ਅਤੇ ਸੇਵਾ ਕਰਿਓ ਫਰੀ। ਉਸ ਟਾਈਮ ਤੋਂ ਹੀ ਹੁਣ ਤੱਕ ਕਦੀ ਵੀ ਦਵਾਈ ਦਾ ਕੋਈ ਪੈਸਾ ਨਹੀਂ ਲਿਆ ਗਿਆ। ਕਿਸੇ ਦੇ ਵੀ ਪੱਥਰੀ ਹੋਵੇ, ਉਹ ਦਵਾਈ ਦੇਣ ਨਾਲ ਜਲਦੀ ਹੀ ਨਿਕਲ ਜਾਂਦੀ ਹੈ, ਪਰ ਵਿਸ਼ਵਾਸ ਸ਼ਰਧਾ ਨੂੰ ਵੀ ਭਾਗ ਲੱਗਦੇ ਆ। ਹੁਣ ਤੁਸੀਂ ਆਪੇ ਹੀ ਸਤਸੰਗ ਵੀ ਧਿਆਨ ਰੱਖਿਓ, ਪੱਥਰੀ ਉਹਦੀ ਕਿੱਦਾਂ ਨਿਕਲੀ। ਹੁਣ ਜਿਸ ਤਰ੍ਹਾਂ ਜਿਹੜਾ ਬੱਚਾ ਆਲਰੇਡੀ ਬਾਬਾ ਜੀ ਨੂੰ ਮੰਨਦਾ ਸੀ, ਇੰਗਲੈਂਡ ਤੋਂ ਆਇਆ ਸੀ, ਉਹਦੀ ਤਾਂ ਪੱਥਰੀ ਨਿਕਲ ਗਈ। ਜਿਹੜੀ ਅਸੀਂ ਉਹਨੂੰ ਦਵਾਈ ਦਿੱਤੀ, ਦੂਸਰੇ ਦਿਨ ਉਹਨੂੰ ਫੋਨ ਕੀਤਾ ਗਿਆ ਆ ਕੇ ਦਵਾਈ ਲੈ ਲਓ। ਉਹਨੇ ਰਾਤ ਨੂੰ ਦਵਾਈ ਖਾਧੀ, ਉਹਦੀ ਸਵੇਰੇ ਹੀ ਨਿਕਲ ਗਈ। ਨਾਲੇ ਕਿ ਉਹਦੀ ਪੱਥਰੀ ਵੱਡੀ ਸੀ, ਇੰਗਲੈਂਡ ਵਾਲੇ ਮੁੰਡੇ ਦੀ 15 mm ਦੀ, ਉਹਦੀ ਨਿਕਲ ਗਈ। ਜਿਹੜਾ 13 mm ਵਾਲਾ ਸੀ, ਉਹਨੂੰ ਵਿਸ਼ਵਾਸ ਨਹੀਂ ਸੀਗਾ। ਉਹ ਕਹਿੰਦਾ ਲੋੜ ਹੀ ਨਹੀਂ, ਕੀ ਐਵੇਂ ਬਜਰੀ ਚੜ੍ਹਾਈ ਜਾਣੀ ਆ। ਜੇ ਉਹਨੇ ਚੜ੍ਹਾਉਣੀ ਸੀ ਭਾਵੇਂ ਥੋੜ੍ਹੀ ਚੜ੍ਹਾ ਜਾਂਦਾ। ਕਿਹਾ ਦੋਨਾਂ ਨੂੰ ਗਿਆ ਸੀਗਾ ਕਿ ਬਜਰੀ ਚੜ੍ਹਾਓ, ਪਰ ਦੂਸਰੇ ਨੇ ਵਿਸ਼ਵਾਸ ਨਹੀਂ ਕੀਤਾ। ਪਤਾ ਨਹੀਂ ਮੰਦੇ ਚੰਗੇ ਬੋਲੇ ਹੋਗੇ, ਪਤਾ ਨਹੀਂ ਕੀ ਬੋਲਿਆ, ਬਾਬਾ ਹੀ ਜਾਣਦੇ ਆ। ਸਮਾਂ ਪਿਆ, ਇੱਕ ਦੀ ਪੱਥਰੀ ਨਿਕਲ ਗਈ, ਜਿਹੜੀ ਛੋਟੀ ਵਾਲੀ ਸੀ 13 mm ਵਾਲੀ ਸੀ। ਸਮਾਂ ਪਿਆ, ਉਹਨੂੰ ਆਪਰੇਸ਼ਨ ਕਰਾਉਣਾ ਪੈ ਗਿਆ। ਉਹਦੀ ਪੱਥਰੀ ਕਿਤੇ ਫਸ ਗਈ ਅਤੇ ਉਹਨੂੰ ਅਚਾਨਕ ਹੀ ਆਪਰੇਸ਼ਨ ਕਰਾਉਣਾ ਪਿਆ। ਜਦੋਂ ਆਪਰੇਸ਼ਨ ਕਰਾਉਣਾ ਪਿਆ ਅਤੇ ਉਹ ਆਪਰੇਸ਼ਨ ਠੀਕ ਨਹੀਂ ਬੈਠਾ, ਆਪਰੇਸ਼ਨ ਗਲਤ ਹੋ ਗਿਆ। ਸਮਾਂ ਪਿਆ, ਉਸ ਜਗ੍ਹਾ ਦੇ ਉੱਤੇ ਕੈਂਸਰ ਹੋ ਗਿਆ। ਫਿਰ ਉਹ ਲੜਕਾ ਸਮਾਂ ਪੈ ਕੇ 2-3 ਸਾਲ ਬਾਅਦ ਫਿਰ ਉਹ ਵੀ ਸਲੇਰਨ ਧਾਮ ਆਇਆ। ਫਿਰ ਉਸਨੇ ਸਾਨੂੰ ਦੱਸਿਆ, ਉਹਦੇ ਮਾਤਾ ਪਿਤਾ ਨੇ, ਕਿ ਸਾਡੇ ਬੱਚੇ ਨੂੰ ਕੈਂਸਰ ਹੋ ਗਿਆ, ਜਿਹੜੀ ਪੱਥਰੀ ਸੀ ਉਹ ਜ਼ਖਮ ਹੋ ਗਏ, ਆਪਰੇਸ਼ਨ ਠੀਕ ਨਹੀਂ ਬੈਠਾ। ਹੁਣ ਤੁਸੀਂ ਆਪੇ ਵਿਚਾਰ ਕਰ ਲਓ, ਜਦੋਂ ਵੀ ਕੋਈ ਦਾਨ ਪੁੰਨ ਕੀਤਾ ਜਾਵੇ, ਜੇ ਮਨ ਵਿੱਚ ਸ਼ੰਕਾ ਆ ਗਈ ਤਾਂ ਵੀ ਨਹੀਂ ਕਬੂਲ ਹੋਣਾ। ਜੇ ਮਨ ਵਿੱਚ ਕਿਸੇ ਤਰ੍ਹਾਂ ਦਾ ਹੰਕਾਰ ਆ ਗਿਆ ਕਿ ਮੈਂ ਆਹ ਦਾਨ ਕੀਤਾ, ਕਿ ਜਾਂ ਮੈਂ ਆਹ ਕਰਦਾ, ਬਾਬਾ ਜੀ ਕਹਿੰਦੇ ਜੋ ਕਹਿੰਦਾ ਮੈਂ ਕਰਦਾ, ਉਹ ਤੋਂ ਕਦੀ ਕੋਈ ਚੰਗਾ ਕਰਮ ਹੋ ਹੀ ਨਹੀਂ ਸਕਦਾ। ਜੇ ਕੋਈ ਸਾਧੂ ਵੀ ਆ ਜਾਂ ਸੰਤ ਵੀ ਆ, ਜੋ ਕਹਿੰਦਾ ਜੀ ਆ ਮੈਂ ਮੰਦਰ ਬਣਾਇਆ, ਮੇਰੇ ਕਰਕੇ ਆ ਲੰਗਰ ਚੱਲ ਰਿਹਾ, ਮੇਰੇ ਕਰਕੇ ਸੰਗਤ ਇਕੱਠੀ ਹੋ ਰਹੀ ਆ, ਜਾਣੀ ਜਿਹਦੇ ਵਿੱਚ ਮੈਂ ਆ ਗਈ ਕਿ ਮੈਂ ਆ ਕਰਦਾ, ਮੇਰੇ ਕਰਕੇ ਸੰਗਤਾਂ ਇਕੱਠੀਆਂ ਹੁੰਦੀਆਂ ਇੱਥੇ, ਉਹਦੇ ਤੋਂ ਕਦੀ ਚੰਗਾ ਕਰਮ ਹੋ ਹੀ ਨਹੀਂ ਸਕਦਾ। ਉਹ ਕਦੀ ਵੀ ਪਰਮਾਤਮਾ ਨੂੰ ਭਾਉਣਾ ਨਹੀਂ। ਇਹੀ ਹੰਕਾਰ ਆ, ਮੈਂ ਹੋਣੀ ਨਹੀਂ ਚਾਹੀਦੀ। ਜਦੋਂ ਵੀ ਸਾਡੇ ਮੂੰਹੋਂ ਕੁਛ ਕਹਾਉਂਦੇ ਆ, ਬਾਬਾ ਜੀ ਹੀ ਕਹਾਉਂਦੇ ਆ, ਅਸੀਂ ਆਪਣੀ ਮਰਜ਼ੀ ਨਹੀਂ ਕਰਦੇ। ਜਦੋਂ ਵੀ ਬਾਬਾ ਜੀ ਨੇ ਕੁਛ ਕਹਾਇਆ, ਜਿਨ੍ਹਾਂ ਨੇ ਵੀ ਦਾਨ ਪੁੰਨ ਕੀਤਾ, ਅੱਜ ਐਡਾ ਭਾਰੀ ਮੇਲੇ ਲੱਗਦੇ ਜਿੱਥੇ ਐਤਵਾਰ ਨੂੰ ਹਜ਼ਾਰਾਂ ਲੱਖਾਂ ਇਤਕਾਹ 'ਚ ਸੰਗਤ ਆਉਂਦੀ ਆ। ਜੇ ਇੰਨੇ ਝੰਡੇ ਚੜ੍ਹਦੇ ਆ, ਰੌਣਕਾਂ ਲੱਗਦੀਆਂ। ਝੰਡੇ ਤਾਂਹੀਓ ਚੜ੍ਹਦੇ ਜੇ ਕਿਸੇ ਨੂੰ ਖੁਸ਼ੀ ਮਿਲਦੀ ਹੋਊਗੀ। ਜਦੋਂ ਵੀ ਕਿਸੇ ਦੇ ਪੁੱਤ ਹੁੰਦਾ ਜਾਂ ਕਿਸੇ ਦਾ ਬਾਹਰਲਾ ਕੰਮ ਬਣਦਾ ਜਾਂ ਕਿਸੇ ਦਾ ਦੁੱਖ ਦੂਰ ਹੁੰਦਾ, ਉਹੀ ਝੰਡਾ ਚੜ੍ਹਾਉਂਦਾ। ਦੁਖੀ ਬੰਦਾ ਕੋਈ ਝੰਡਾ ਨਹੀਂ ਚੜ੍ਹਾਉਂਦਾ। ਹਜ਼ਾਰਾਂ ਦੀ ਤਾਦਾਦ ਵਿੱਚ ਜਿੱਥੇ ਐਤਵਾਰ ਨੂੰ ਝੰਡੇ ਚੜ੍ਹਦੇ ਆ, ਮਨਸਾਂ ਪੂਰੀਆਂ ਹੁੰਦੀਆਂ। ਬਾਬਾ ਜੀ ਨੇ ਕਿਹਾ ਸੀ, ਕਿੱਥੋਂ ਮਿੱਠੀਆਂ ਮੁਰਾਦਾਂ ਪਾ ਕੇ ਲੋਕ ਜਾਣਗੇ, ਸਾਰਿਆਂ ਨੂੰ ਸ਼ਾਂਤੀ ਆਊਗੀ, ਕਿ ਲੋਕ ਖੁਦ ਹੀ ਆ ਕੇ ਕਹਿਣਗੇ ਕਿ ਅਸੀਂ ਸਲੇਰਨ ਧਾਮ ਨਹੀਂ ਸਵਰਗ ਧਾਮ ਵਿੱਚ ਆ ਗਏ ਹਾਂ। ਲੋਕ ਮੂੰਹੋਂ ਕਹਿਣਗੇ ਕਿ ਅਸੀਂ ਸਵਰਗਾਂ ਵਿੱਚ ਆ ਗਏ ਹਾਂ। ਇਸ ਕਰਕੇ ਜੋ ਵੀ ਮੂੰਹੋਂ ਸਾਡੇ ਬਾਬਾ ਜੀ ਕਹਾਉਂਦੇ ਆ, ਤੁਸੀਂ ਉਹਨੂੰ ਕਰਕੇ ਦੇਖੋ। ਇੱਕ ਡਾਕਟਰਾਂ ਨੂੰ ਪੈਸਾ ਦੇਣਾ, ਜੇ ਹੁਣ ਇੱਕ ਬੱਚੇ ਨੇ ਦੇਖੋ ਡਾਕਟਰਾਂ ਨੂੰ ਕਿੰਨਾ ਪੈਸਾ ਦਿੱਤਾ, ਉਹ ਫਿਰ ਵੀ ਕੈਂਸਰ ਬਣ ਗਿਆ। ਇੱਕ ਨੇ 200 ਫੁੱਟ ਬਜਰੀ ਚੜ੍ਹਾਈ, ਅੱਜ ਉਹਦਾ ਲੇਖੇ 'ਚ ਲਿਖਿਆ ਗਿਆ ਉਹ ਅਨੰਤ ਕਾਲ ਤੱਕ ਰਹਿੰਦੀ ਦੁਨੀਆ ਤੱਕ ਲੰਗਰ ਹੋ ਰਹਿਣੇ ਆ। ਉੱਥੇ ਲੋਕ ਲੰਗਰ ਛਕਦੇ ਆ, ਉਹਨੂੰ ਉਹਦਾ ਫਲ ਵੀ ਮਿਲੀ ਜਾਣਾ। ਇੱਕ ਇਤਿਹਾਸ ਚਿੱਤੇ ਰਹੂਗਾ, ਉਹਦੇ ਬੱਚਿਆਂ ਨੂੰ ਵੀ ਯਾਦ ਰਹਿਣਾ ਕਿ ਲਓ ਸਾਡੇ ਪਿਤਾ ਨੇ ਇੱਥੇ ਬਜਰੀ ਚੜ੍ਹਾਈ ਸੀ। ਅੱਜ ਵੀ ਉਹ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ। ਬੋਲੇ ਸੱਚੇ ਦਰਬਾਰ ਕੀ ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ।